ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਬਿਲਾਵਲ ਮਹਲਾ ਪਹਿਲਾ ਚੌਪਦੇ ਘਰ ਪਹਿਲਾ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜ਼ਾਈ। ਰਹਾਉ ਜੋ ਕਿਛ ਹੋਆ ਸਭ ਕਿਛ ਤੁਝ ਤੇ, ਤੇਰੀ ਸਭ ਯਸ਼ਨਾਈ। ਤੇਰਾ ਅੰਤ ਨ ਜਾਣਾ ਮੇਰੇ ਸਾਹਿਬ, ਮੈਂ ਅੰਧੁਲੇ ਕਿਆ ਚਤੁਰਾਈ। ਕਿਆ ਹਉ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥ ਨਾ ਜਾਈ। ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਏਤੇ ਕੂਕਰ ਹਉ ਬੇਗਾਨਾ, ਪਹੁੰਕਾਂ ਇਸ ਤਨ ਤਾਈ। ਭਗਤਹੀਣ ਨਾਨਕ ਜੇ ਹੋਏਗਾ, ਤਾਂ ਖਸਮੈ ਨਾਉ ਨਾ ਜਾਈ। ਏਤੇ ਕੂਕਰ ਹਉ ਬੇਗਾਨਾ, ਭੌਂਕਾ ਇਸ ਤਨ ਤਾਈ। ਭਗਤਹੀਣ ਨਾਨਕ ਜੇ ਹੋਏਗਾ, ਤਾਂ ਖਸਮੈ ਨਾਉ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਸ਼ਾਮ ਸਮੇਂ ਸਤਸੰਗਤ ਦਾ ਇਹ ਸੁਭਾਗਾ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਲੜੀਵਾਰ ਗੁਰਬਾਣੀ ਵਿਆਖਿਆਨ ਵਿੱਚ ਬੀਤੇ 'ਚ ਰਾਗ ਸੂਹੀ ਚੱਲ ਰਿਹਾ ਸੀ। ਬੀਤੇ ਕੱਲ੍ਹ ਤੋਂ ਬਿਲਾਵਲ ਦਾ ਪਹਿਲਾ ਸ਼ਬਦ, ਇਹਨੂੰ ਅਸੀਂ ਪਾਠ ਰੂਪ ਵਿੱਚ ਕੱਲ੍ਹ ਵੀ ਮਾਣਿਆ ਸੀ, ਬਟ ਕਿਉਂਕਿ ਸਿਰਨਾਵੇਂ ਦੇ ਵਿੱਚ ਸਮੁੱਚਾ ਮੂਲ ਮੰਤਰ ਆਇਆ, ਉਹਦਾ ਜ਼ਿਕਰ ਕਰਦੇ ਹਾਂ, ਉਹਦੀ ਵਿਵੇਚਨਾ ਕਰਦੇ ਹਾਂ, ਸਮਾਂ ਹੋ ਗਿਆ। ਸੋ ਪਹਿਲਾ ਹੀ ਸ਼ਬਦ ਅੱਜ ਹੀ ਆਪ ਫਿਰ ਸਰਵਨ ਕਰ ਰਹੇ ਸੀ। ਬਚਨ ਸਿਰਨਾਵੇਂ ਦੇ ਉਸੇ ਰੂਪ ਤੋਂ ਜਿੱਥੇ ਅਸੀਂ ਪ੍ਰਾਰੰਭ ਕਰ ਰਹੇ ਸੀਗੇ ਕਿ ਰਾਗ ਬਿਲਾਵਲ ਮਹਲਾ ਪਹਿਲਾ ਚੌਪਦੇ ਘਰ ਪਹਿਲਾ। ਬਿਲਾਵਲ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੁਆਰਾ ਇਹ ਸ਼ਬਦ ਉਚਾਰਨ ਕੀਤਾ ਗਿਆ ਹੈ। ਚੌਪਦੇ ਚਾਰ ਪਹਿਰਿਆਂ ਵਾਲੀ, ਚਾਰ ਬੰਦਾਂ ਦੀ, ਜਿਹਨੂੰ ਕਹਿ ਲਓ ਕਿ ਦਿਸ ਸ਼ਬਦ ਇਜ਼ ਫਾਰਮਡ ਇਨ 4 ਸਟੈਂਜਾਸ। ਇਹਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਇਹਦੇ 'ਚ ਆ ਰਹੀ ਹੈ। ਘਰ ਪਹਿਲਾ ਗਾਇਨ ਕਰਨ ਲਈ ਹਿਦਾਇਤੀ ਸੰਕੇਤ ਨੇ। ਜਦੋਂ ਇਸ ਸ਼ਬਦ ਨੂੰ ਸੁਰਮੁਜ਼ਬ, ਜਿਹੜੇ ਮੈਲੋਡੀਅਸ ਨੋਟ ਨੇ, ਉਹ ਬਿਲਾਵਲ ਦੇ ਲੱਗਣਗੇ, ਪਰ ਜਿਹੜੀ ਰਿਦਮ ਆ, ਥਾਪ, ਉਹ ਪਹਿਲੇ ਘਰ ਵਿਧੀ ਪ੍ਰਯੋਗ ਵਿੱਚ ਆਏਗੀ। ਵਾਕ ਪ੍ਰਾਰੰਭ ਹੋ ਰਿਹਾ ਹੈ। ਰਹਾਓ ਜੋ ਮੁੱਖ ਸੁਨੇਹਾ ਹੈ, ਜਿਹਦੇ 'ਚ ਮੇਨ ਮੈਸੇਜ ਹੈ ਇਸ ਪਾਵਨ ਸ਼ਬਦ ਦਾ,
ਗੁਰੂ ਨਾਨਕ ਸਾਹਿਬ ਬਿਆਨ ਕਰਦੇ ਨੇ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜ਼ਾਈ। ਰਹਾਓ, ਤੇਰੇ ਗੁਣ ਗਾਵਾਂ ਦੇਹ ਬੁਝਾਈ। ਦੇਹ ਬੁਝਾਈ ਕਿਸੇ ਬੁਝਾਰਤ ਨੂੰ ਬੁਝਾਉਣਾ, ਸਮਝਾਉਣਾ, ਮਤਲਬ ਇੱਕ ਹਾਇਰ ਲੈਵਲ ਦੀ ਵਿਜ਼ਡਮ ਆ ਜਾਣੀ। ਇਹਨੂੰ ਕਹਿੰਦੇ ਹਾਂ ਅਸੀਂ ਕਿਸੇ ਚੀਜ਼ ਨੂੰ ਬੁੱਝਣ ਦੇ ਸਮਰੱਥ ਹੋ ਜਾਣਾ, ਜਾਣਨ ਦੇ ਸਮਰੱਥ ਹੋ ਜਾਣਾ। ਸਪੋਜ਼ ਇਹਦੀ ਟਰਾਂਸਲੇਸ਼ਨ ਕਈ ਲੈਵਲ ਦੀ ਹੁੰਦੀ ਹੈ। ਜਿਵੇਂ ਅਸੀਂ ਘਰਾਂ ਥਾਵਾਂ 'ਤੇ ਆਪਣੇ ਆਫ ਸਪਰਿੰਗਸ ਨੇ, ਸਿਬਲਿੰਗਸ ਨੇ, ਉਹਨਾਂ ਵਿੱਚ ਰਹਿੰਦੇ ਹਾਂ, ਉਹਨਾਂ ਨੂੰ ਪਾਲਦੇ ਸੰਭਾਲਦੇ ਹਾਂ। ਜਾਂ ਇਵਨ ਰਿਲੇਸ਼ਨਸ਼ਿਪ ਦੇ ਵਿੱਚ ਹਸਬੈਂਡ ਵਾਈਫ ਰਿਲੇਸ਼ਨਸ਼ਿਪ ਹੈ, ਕਿਡਸ ਪੇਰੈਂਟਸ ਰਿਲੇਸ਼ਨਸ਼ਿਪ ਆ, ਐਨੀ ਟਾਈਪ ਆਫ। ਹੌਲੀ ਹੌਲੀ ਕੀ ਹੁੰਦਾ ਹੈ ਕਿ ਇੱਕ ਦੂਜੇ ਦਾ ਸੁਭਾਅ ਬੁੱਝ ਜਾਂਦੇ ਹਾਂ, ਜਾਣ ਜਾਂਦੇ ਹਾਂ। ਸੋ ਇਹ ਜਿਹੜੀ ਚੀਜ਼ ਆ, ਇਹ ਐਕਚੁਅਲ ਲੈਵਲ 'ਤੇ ਜਿਵੇਂ ਅਗਲੇ ਬੰਦੇ ਦੇ ਤੁਸੀਂ ਥੋੜ੍ਹਾ ਬ੍ਰੇਨ ਰੀਡਰ ਹੋ ਗਏ ਹੋ, ਤੁਹਾਨੂੰ ਪਤਾ ਲੱਗ ਰਿਹਾ ਸਾਈਕੋਲੋਜੀਕਲੀ ਬੰਦਾ ਕੀ ਸੋਚ ਰਿਹਾ ਹੈ, ਕਿਸ ਤਰੀਕੇ ਨਾਲ ਹੋ ਰਿਹਾ, ਆਲਮੋਸਟ ਸੇਮ ਉਸ ਬਿਹਾਫ 'ਤੇ ਆ ਜਾਣਾ। ਇਹ ਹੈ ਬੁੱਝਣਾ। ਇਹ ਚੀਜ਼ਾਂ ਹੌਲੀ ਹੌਲੀ ਮਨੁੱਖੀ ਜੀਵਨ ਦੇ ਵਿੱਚ ਇਹਦਾ ਅਸਰਾਰ ਹੁੰਦਾ ਆ। ਇਸ ਨੂੰ ਥੋੜ੍ਹੇ ਡਿਫਰੈਂਟ ਲੈਵਲ 'ਤੇ ਟੈਲੀਪੈਥੀ ਵੀ ਕਹਿ ਦਿੱਤਾ ਜਾਂਦਾ ਹੈ। ਇਹਨੂੰ ਹੋਰ ਡਿਫਰੈਂਟ ਲੈਵਲ 'ਤੇ ਜਿਹੜਾ ਆ ਇਨਰ ਸੈਂਸ ਵੀ ਕਹਿ ਦਿੱਤਾ ਜਾਂਦਾ ਹੈ। ਵੀ ਹੈਵ ਸੋ ਮੈਨੀ ਡਿਫਰੈਂਟ ਇਹਦੇ ਐਕਸਪਲੇਨੇਸ਼ਨ ਦੇ ਰੂਪ ਨੇ। ਪਰ ਬੁੱਝਣਾ ਐਕਚੁਅਲੀ ਇਹ ਹੁੰਦਾ ਹੈ, ਇਹ ਹੈ ਕਿਸੇ ਚੀਜ਼ ਦੇ ਬਾਬਤ ਅੰਦਰ ਅਹਿਸਾਸ ਆ ਜਾਣਾ ਉਸ ਰੂਪ ਦੇ ਵਿੱਚ। ਹੁਣ ਬਾਤ ਇਹ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਰੱਬ ਦੀ, ਉਸ ਐਗਜ਼ਿਸਟੈਂਸ ਦੀ ਜਿਹੜੀ ਸਭ ਕਾਸੇ ਦੀ ਹੋਂਦ ਦੀ, ਹੋਂਦ ਨੂੰ ਲਿਆਉਣ ਵਾਲੀ ਹੈ, ਜਿਹੜੀ ਸਭ ਕਾਸੇ ਸਾਰੇ ਸ਼ੋਅ ਦੇ ਵਿੱਚ ਰਵ ਰਹੀ ਹੈ, ਸ਼ੋਅ ਦੇ ਪਿੱਛੇ ਚੱਲ ਰਹੀ ਹੈ। ਮੁੱਢ ਕਦੀਮਾਂ ਤੋਂ ਬੰਦੇ ਦੇ ਅੰਦਰ ਇਹਦੇ ਬਾਰੇ ਉਤਸੁਕਤਾ ਰਹੀ। ਈਵਨ ਅੱਜ ਮਾਡਰਨ ਸਾਇੰਸ ਦੀ ਗੱਲ ਕਰੀਏ, ਇਹ ਸਾਨੂੰ ਪ੍ਰੋਸੈਸ ਸਮਝਾਉਂਦੀ ਹੈ। ਮੀਂਹ ਕਿਵੇਂ ਪੈਂਦਾ ਹੈ, ਇਹਦਾ ਪ੍ਰੋਸੈਸ ਸਮਝਾ ਦਿੰਦੀ ਹੈ। ਮੀਂਹ ਕਿਉਂ ਪੈਂਦਾ ਹੈ, ਇਹਦਾ ਵੀ ਪ੍ਰੋਸੈਸ ਸਮਝਾ ਦਿੰਦੀ ਹੈ। ਪਰ ਅਲਟੀਮੇਟਲੀ ਇਸ ਸਾਰੇ ਵਿਧਾਨ ਨੂੰ, ਪ੍ਰੋਸੈਸ ਨੂੰ ਜਨਰੇਟ ਮਦਰ ਨੇਚਰ ਕਰ ਰਹੀ ਹੈ। ਬਟ ਵਟ ਇਜ਼ ਮਦਰ ਨੇਚਰ ਐਕਚੁਅਲੀ? ਉਸ ਦੀ ਕੁਛ ਨਾ ਕੁਛ ਕ੍ਰੀਏਸ਼ਨ ਹੋਏਗੀ, ਕੁਝ ਨਾ ਕੁਝ ਮੈਥਡੋਲੋਜੀ ਹੋਏਗੀ ਪਿੱਛੇ। ਉੱਥੇ ਜਾ ਕੇ ਫਿਰ ਬੰਦਾ ਬਹੁਤਾਇਤ ਚੁੱਪ ਕਰ ਜਾਂਦਾ ਹੈ, ਜਾਂ ਉਹ ਇਹ ਕਹਿੰਦਾ ਹੈ ਕਿ ਐਕਚੁਅਲੀ ਦੈਟ ਇਜ਼ ਦ ਕੁਐਸਚਨ ਵਿਚ ਨੋ ਵਨ ਕੈਨ ਆਨਸਰ। ਇੱਥੇ ਫਿਰ ਬਾਤ ਆਉਂਦੀ, ਤੇ ਗੁਰੂ ਨਾਨਕ ਸਾਹਿਬ ਬਿਲਕੁਲ ਕਲੀਅਰ ਇਹੀ ਬਾਤ ਕਹਿ ਰਹੇ ਨੇ। ਬਾਬਾ ਜੀ ਬਿਆਨ ਕਰਦੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਅਕਲ ਕਲਾ ਹੈ ਭਾਈ, ਇਹ ਕਲਾ ਬੁਝਾਰਤਾਂ ਬੁੱਝਣ ਵਾਲੀ ਉਹ ਬਾਤ ਤੇ ਹੈ ਨਹੀਂ ਕਿ ਤੁਸੀਂ ਬੁੱਝ ਲਓਗੇ, ਤੁਸੀਂ ਜਾਣ ਲਓਗੇ, ਸਮਝ ਲਓਗੇ। ਇਹ ਕਾਇਨਾਤੀ ਨਿਯਮ ਨੇ, ਜਿਨ੍ਹਾਂ ਨੂੰ ਜਿੰਨਾ ਕੁ ਸਮਝਾਂਗੇ, ਜੀਆਂਗੇ, ਠੀਕ ਰਹੇਗਾ। ਪਰ ਇਹ ਸਭ ਦੇ ਵਿੱਚ ਰਹਿੰਦਿਆਂ ਹੋਇਆਂ ਫਿਰ ਉਹਦੀ ਰਜ਼ਾ ਦਾ ਹੀ ਕੌਨਸੈਪਟ ਸਾਡੇ ਹਿੱਸੇ ਆਇਆ ਹੈ। ਜੇ ਕਹਿਤਾ ਜਾਏ ਕਿ ਬੰਦਾ ਹਰ ਚੀਜ਼ ਨੂੰ ਕੰਪਲੀਟਲੀ ਅੰਡਰਸਟੈਂਡ ਕਰ ਲਵੇਗਾ, ਆਪ ਅਹਿਸਾਸ ਕਰੋਗੇ ਅੱਜ ਅਸੀਂ ਡਿਫਰੈਂਟ ਸਬਜੈਕਟਸ ਦੇ ਉੱਤੇ, ਡਿਫਰੈਂਟ ਇਜ਼ਮ ਦੇ ਉੱਤੇ, ਥਿਊਰੀਜ਼ ਦੇ ਉੱਤੇ, ਸਬਜੈਕਟਸ ਦੇ ਉੱਤੇ ਬਹੁਤ ਗ੍ਰਿਪ ਰੱਖਣ ਵਾਲੇ ਲੋਕਾਂ ਨੂੰ ਮਿਲਦੇ ਹਾਂ, ਦੇਖਦੇ ਹਾਂ। ਲੱਗਦਾ ਆ ਕੋਈ ਬੰਦਾ ਕੈਮਿਸਟਰੀ ਸਕਾਲਰ ਆ, ਕੋਈ ਫਿਜ਼ਿਕਸ ਸਕਾਲਰ ਆ, ਕੋਈ ਮੈਥਮੈਟੀਸ਼ੀਅਨ ਆ, ਕੋਈ ਬਹੁਤ ਹਾਇਰ ਲੈਵਲ ਦੀ ਇੰਜੀਨੀਅਰਿੰਗ ਟੈਕਨੀਕਲ ਸਾਈਡ ਤੋਂ ਬੜਾ ਸਟਰੋਂਗ ਆ, ਕੋਈ ਅੱਜ ਦੇ ਇਨੋਵੇਟਿਵ ਵਰਲਡ 'ਚ ਬੜਾ ਹਾਇਰ ਲੈਵਲ 'ਤੇ ਪਹੁੰਚ ਚੁੱਕਾ ਆ। ਬਹੁਤ ਇਸ ਕਿਸਮ ਦੀ ਜੀਨੀਅਸ ਤੋਂ ਜੀਨੀਅਸ ਲੋਕ ਦਿਸਦੇ ਨੇ। ਸੋ ਇਹ ਸਭ ਚੀਜ਼ਾਂ ਅਸੀਂ ਵੇਖਦੇ ਹਾਂ। ਇਹਨਾਂ ਦਿਨਾਂ 'ਚ ਓਲੰਪਿਕ ਚੱਲ ਰਿਹਾ, ਐਥਲੈਟਿਕਸ ਵਿੱਚ ਤੁਸੀਂ ਦੇਖੋ ਕਮਾਲ ਕਰ ਦਿੰਦੇ ਲੋਕ। ਮਤਲਬ ਕੈਸੀ ਉਹਨਾਂ ਦੀ ਹਰ ਲੈਵਲ 'ਤੇ ਬੰਦਾ ਸੋਚਦਾ ਵੀ ਕਿਆ ਇੰਨੀ ਪ੍ਰੈਕਟਿਸ ਵੀ ਬੰਦਾ ਕਰ ਸਕਦਾ। ਇਹ ਸਭ ਚੀਜ਼ਾਂ ਪੋਸੀਬਲ ਨੇ, ਕੋਈ ਦੇ ਸ਼ੱਕ ਨਹੀਂ ਹੈਗਾ। ਪਰ ਇਹ ਸਭ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਘਰੋਗੀ ਜੀਵਨ ਵਿੱਚ ਦੇਖੋਗੇ ਲੋਕਾਂ ਦੇ, ਜਿਹਦੀ ਇਸ ਸ਼ਬਦ ਵਿੱਚ ਜ਼ਿਕਰ ਆਪਤਾ ਹੋਏਗੀ, ਕਿਸੇ ਨੂੰ ਹੰਕਾਰ ਸਤਾ ਰਿਹਾ, ਕਿਸੇ ਨੂੰ ਕ੍ਰੋਧ, ਕਿਸੇ ਨੂੰ ਵਾਸ਼ਨਾ, ਕਿਸੇ ਨੂੰ ਈਰਖਾ, ਕਿਸੇ ਨੂੰ ਦੁਆਇਖ, ਕੋਈ ਐਡਿਕਸ਼ਨ ਵਿੱਚ ਜਾ ਰਿਹਾ, ਕੋਈ ਛੋਟੀ ਤੋਂ ਛੋਟੀਆਂ ਚੀਜ਼ਾਂ। ਈਵਨ ਇਸੇ ਓਲੰਪਿਕ ਦੇ ਵਿੱਚ 3-4 ਐਥਲੀਟ ਐਸੇ ਨੇ ਜਿਨ੍ਹਾਂ ਨੇ
ਲਾਸਟ ਮੂਮੈਂਟ ਤੇ ਜਾ ਕੇ ਇੱਕ ਤੇ ਰੀਸੈਂਟਲੀ ਬੀਤੇ ਕੱਲ੍ਹ ਹੀ ਜਿਹੜਾ ਹੈਗਾ ਉਹਨੇ ਗਿਵ ਅਪ ਕਰਤਾ ਕਿ ਨਹੀਂ ਮੈਂਟਲੀ ਆਈ ਐਮ ਨੋਟ ਏਬਲ ਟੂ ਪ੍ਰਪੇਅਰ, ਆਈ ਐਮ ਨੋਟ ਐਕਚੁਅਲੀ prepared that much to participate in this game. ਸੋ ਇਹ ਚੀਜ਼ਾਂ ਦਿਸਦੀਆਂ ਨੇ ਬੰਦੇ ਦੀ ਐਬਿਲਿਟੀ ਇਸ ਹਾਇਰ ਲੈਵਲ ਤੇ ਸਭ ਕੁਝ ਹੋਣ ਦੇ ਬਾਵਜੂਦ ਵੀ ਉਹਨੂੰ ਆਪਣੇ ਆਪ ਦੀ ਅਜੇ ਵੀ ਪੂਰੀ ਸਮਝ ਨਹੀਂ ਆ ਰਹੀ। ਇਹ ਜਿਹੜੀ ਚੀਜ਼ ਆ ਇਹ ਬੜੀ ਕੰਪਲੈਕਸ ਆ। ਫਿਰ ਬੰਦਾ ਲੱਗਦਾ ਹੈ ਹੱਦ ਹੋ ਗਈ, ਬੜਾ ਗਿਆਨੀ ਹੈ, ਬੜਾ ਸਮਝਦਾਰ ਹੈ, ਬੜਾ ਪੜ੍ਹਿਆ ਲਿਖਿਆ ਹੈ, ਹਰ ਕਿਸੇ ਆਪਣੇ ਸਬਜੈਕਟ ਵਿੱਚ ਬੜਾ ਮਾਹਰੀਅਤ ਰੱਖਦਾ ਆ, ਪਰ ਇੱਥੇ ਫਿਰ ਕਮਜ਼ੋਰ ਆ। ਹਾਂ ਭਾਈ ਇਹੀ ਕੁਦਰਤ ਆ, ਤੇ ਇਸ ਕੁਦਰਤ ਦੀ ਸ਼ਨਾਖਤ ਐਵੇਂ ਹੁੰਦੀ ਹੈ ਕਿਉਂਕਿ ਇਸ ਵੱਡੇ ਹੁਕਮ ਨੂੰ ਮਹਾਰਾਜ ਦੀ ਬਾਣੀ ਕਹਿੰਦੀ ਹੈ ਉਹਦੇ ਵਿੱਚ ਸਮਝ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿੱਖ। ਬਾਕੀ ਜੇ ਕੁਝ ਤੇਰੇ ਕੋਲ ਪਕੜਿਆ, ਤੇਰੇ ਕੋਲ ਬਹੁਤ ਸਮਝ ਆ, ਤੇ ਇਹ ਵੀ ਇਹੀ ਅਹਿਸਾਸ ਆਉਣਾ ਚਾਹੀਦਾ ਤੇਰੇ ਵਿੱਚ ਕਿ ਉਹਦੀ ਹੀ ਨਵਾਜ਼ਿਸ਼ ਹੈ, ਉਸ ਮਦਰ ਨੇਚਰ ਦੀ, ਉਸ ਮਦਰ ਨੇਚਰ ਨੂੰ ਬਣਾਉਣ ਵਾਲੇ ਦੀ। ਗੁਰੂ ਨਾਨਕ ਸਾਹਿਬ ਬਿਲਕੁਲ ਕਲੀਅਰ ਨੇ, ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਕੋਈ ਤਾਣ ਹੋਏ, ਕੋਈ ਐਬਿਲਿਟੀ ਹੋਏ ਤੇਰੇ ਕੋਲ, ਕੋਈ ਸਟਰੈਂਥ ਹੋਏ, ਕੋਈ ਸਮਰੱਥਾ ਹੋਏ, ਉਹਦੇ ਜੋ ਤੈਨੂੰ ਉਹਦਾ ਅਹਿਸਾਸ ਆਵੇ, ਨਾਲ ਹੀ ਉਸ ਦੇਣ ਵਾਲੇ ਦਾ ਅਹਿਸਾਸ ਆਵੇ, ਸ਼ੁਕਰ ਹੈ ਤੂੰ ਮੈਨੂੰ ਇਸ ਕਾਬਲ ਬਣਾਇਆ। ਹੁਣ ਇਹ ਬਾਤ ਹੁੰਦੀ ਇਸ ਰੂਪ ਦੇ 'ਚ ਜਿਸ ਸਮੇਂ 'ਚ ਬਾਣੀ ਉਚਰਿਤ ਹੋਈ ਹੈ ਪੋਸਟ ਮੈਡੀਵਲ ਪੀਰੀਅਡ ਦੇ ਟਾਈਮ ਦੇ ਵਿੱਚ। ਉਹ ਦੌਰ ਉਸ ਕਿਸਮ ਦੇ ਨੇ ਜਿਨ੍ਹਾਂ ਦੌਰਾਂ ਦੇ ਵਿੱਚ ਜਿਸ ਸਮੇਂ ਦੇ ਦੌਰਾਨ ਜਿਹੜੇ ਰਿਲੀਜੀਅਸ ਸਕਾਲਰ ਸੀਗੇ, ਧਾਰਮਿਕ ਸਕਾਲਰ ਸੀਗੇ, ਉਹਨਾਂ ਦੀ ਲੋਕੀ ਪੂਜਾ ਵੀ ਕਰਦੇ ਸੀ, ਉਹਨਾਂ ਨੂੰ ਲੋਕੀ ਮਤਲਬ ਇੱਕ ਹਾਇਰ ਲੈਵਲ 'ਤੇ ਮੰਨਦੇ ਸੀ, ਸਭ ਚੀਜ਼ਾਂ ਹੁੰਦੀਆਂ ਸੀਗੀਆਂ। ਅਤੇ ਮੋਸਟਲੀ ਉਹਨਾਂ ਦੀ ਖਾਸੀਅਤ ਇਹ ਹੁੰਦੀ ਸੀ ਕਿ ਉਹਨਾਂ ਦੇ ਕੋਲ ਇਤਨੀ ਐਬਿਲਿਟੀ ਹੈ ਕਿ ਉਹ ਜਿਸ ਕਿਸਮ ਦੇ ਨਾਲ ਪਰਮੇਸ਼ਰ ਦੀ, ਰੱਬ ਦੀ, ਖੁਦਾ ਦੀ, ਅੱਲਾ ਦੀ, ਜੋ ਵਾਹਿਗੁਰੂ ਦੀ ਜੋ ਗੱਲ ਸੁਣਾਉਂਦੇ, ਦੱਸਦੇ, ਬਾਤ ਪਾਉਂਦੇ, ਉਹਦਾ ਕੋਈ ਮੁਕਾਬਲਾ ਹੀ ਨਹੀਂ। ਬੰਦਾ ਕਹਿੰਦਾ ਕਮਾਲ ਹੋ ਗਈ, ਜੋ ਰੱਬ ਬਾਰੇ ਇਹਨੇ ਕਹਿਤਾ, ਜੋ ਰੱਬ ਬਾਰੇ ਆਹ ਬਿਆਨ ਕਰਤਾ, ਜੋ ਰੱਬ ਬਾਰੇ ਇਸ ਗ੍ਰੰਥ ਨੇ ਕਹਿਤਾ, ਜੋ ਉਹਦੀ ਤੇ ਕੋਈ ਬਾਤ, ਕੋਈ ਮੁਕਾਬਲਾ ਹੀ ਨਹੀਂ ਹੋ ਸਕਦਾ ਇਸ ਰੂਪ ਦੇ ਵਿੱਚ ਹੈ। ਬਾਬਾ ਜੀ ਇੱਥੇ ਬਿਆਨ ਕਰਦੇ ਨੇ, ਮਹਾਰਾਜ ਕਹਿੰਦੇ ਤੇਰੇ ਗੁਣ ਗਾਵਾਂ ਦੇਹ ਬੁਝਾਈ। ਇੱਕ ਤੇ ਮੈਨੂੰ ਇਹ ਸਮਰੱਥਾ ਦੇ, ਬੁਝਾਰਤ ਬੁਝਾ ਕਿ ਮੈਂ ਵਾਕਿਆ 'ਚ ਤੇਰਾ ਗੁਣਗਾਨ ਕਰਨ ਦੇ ਕਾਬਲ ਹੋ ਜਾਵਾਂ। ਸਪੋਜ਼ ਆਪਾਂ ਕੋਈ ਵੀ ਚੰਗੇ ਤੋਂ ਚੰਗਾ ਕੰਮ ਵੀ ਕਰੀਏ, ਈਵਨ ਰੱਬ ਦੇ ਗੁਣ ਹੀ ਗਾਈਏ, ਤੇ ਇੱਕ ਲੈਵਲ 'ਤੇ ਜਾ ਕੇ ਬੜੇ ਬੜੇ ਧਾਰਮਿਕ ਗਿਆਨੀ, ਸਾਧੂ, ਮਹਾਤਮਾ ਲੋਕ ਅਖਵਾਉਣ ਵਾਲੇ, ਤੁਸੀਂ ਦੇਖੋਗੇ ਗੱਲ ਰੱਬ ਦੀ ਸ਼ੁਰੂ ਸੀ, ਗੱਲ ਕਿਸੇ ਖਾਸ ਇਜ਼ਮ ਦੀ ਸ਼ੁਰੂ ਹੋਈ ਸੀ। ਹੌਲੀ ਹੌਲੀ ਕੀ ਹੋਇਆ, ਉਹਦੇ ਵਿੱਚੋਂ ਆਪਣੀ ਵਡਿਆਈ ਲੱਭਣ ਲੱਗ ਗਏ, ਆਪਣੇ ਆਪ ਨੂੰ ਉੱਚੀਆਂ ਲੱਭਣ ਵਾਸਤੇ ਉਹਨੂੰ ਯੂਜ਼ ਕਰਨ ਲੱਗ ਗਏ। ਇਹ ਪੋਸੀਬਿਲਿਟੀ ਹੈ। ਰੱਬ ਰੱਬ ਕਰਦਾ ਬੰਦਾ ਆਪ ਰੱਬ ਦਾ ਸ਼ਰੀਕ ਬਣਦਾ, ਰੱਬ ਰੱਬ ਕਰਦਾ ਬੰਦਾ ਆਪ ਉਹਦੇ ਬਰਾਬਰ ਖੜਦਾ ਆ ਕੇ, ਉਹ ਭੁੱਲ ਜਾਂਦਾ। ਇਹਨੂੰ ਬਾਬਾ ਕਬੀਰ ਜੀ ਨੇ ਬੜਾ ਸੁੰਦਰ ਬਿਆਨ ਕੀਤਾ ਹੈ। ਕਹਿਣਗੇ ਕਬੀਰ ਚਾਲੇ ਥੇ ਹਰ ਮਿਲਨ ਕੋ, ਸਿੱਖ ਸਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ। ਦਾਵਾ ਤੇ ਇਹ ਸੀਗਾ ਕਿ ਜਿਹਦੇ ਅਸੀਂ ਸਾਰੇ ਸ਼ਾਖਾਵਾਂ ਮਾ ਕੇਸ਼ ਹਾਂ, ਮਤਲਬ ਅਸੀਂ ਜਿਹਦੀਆਂ ਸਾਰੀਆਂ, ਜਿਹਦੇ ਵਿੱਚੋਂ ਅਸੀਂ ਸਾਰੇ ਆਏ ਹਾਂ, ਉਹ ਓਂਕਾਰ ਜੀ, ਅਸੀਂ ਉਹਦੇ ਨਾਲ ਜੁੜਦੇ ਜਾ ਕੇ। ਕਹਿਣ ਲੱਗੇ ਸਿੱਖ ਸਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚਾ ਅਟਕਿਓ ਚੀਤ। ਤੁਰਿਆ ਤੇ ਸੀ ਕਿਸੇ ਹੋਰ ਮੰਜ਼ਿਲ ਮਕਸੂਦ ਵੱਲ, ਤੇ ਰਾਹ 'ਚ ਕਿਤੇ ਭਟਕ ਗਿਆ। ਤੇ ਪੋਸੀਬਿਲਿਟੀ ਰਹੀ ਹੈ, ਬੜੇ ਬੜੇ ਧਾਰਮਿਕ ਲੋਕ ਇਸੇ ਚੀਜ਼ ਦੇ ਵਿੱਚ ਜਿਹੜਾ ਹੈ ਭਟਕ ਗਏ। ਉਹ ਚੀਜ਼ਾਂ ਕਈ ਰੂਪਾਂ ਦੀਆਂ ਨੇ, ਜਿਵੇਂ ਬਾਬਾ ਕਬੀਰ ਜੀ ਬਿਆਨ ਕਰਦੇ, ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ। ਇਹ ਮਾਇਆਵੀ ਪ੍ਰਵਿਰਤੀ ਹੈ, ਇਹਦੇ ਕਈ ਵੇਸ ਨੇ। ਕਿਤੇ ਬੰਦੇ ਨੂੰ ਇਹ ਭੁਲੇਖਾ ਪੈਣ ਲੱਗ ਜੇ ਕਿ ਜਿੱਦਾਂ ਮੈਂ ਸਕਾਲਰ ਹਾਂ ਐਡਾ ਤਾਂ ਕੋਈ ਹੋ ਨਹੀਂ ਸਕਦਾ, ਕਿਤੇ ਭੁਲੇਖਾ ਜਿੱਦਾਂ ਮੈਂ ਬੁਲਾਰਾ ਐਡਾ ਕੋਈ ਹੋ ਨਹੀਂ ਸਕਦਾ, ਜਿੱਦਾਂ ਮੈਂ ਵਿਦਵਾਨ ਹਾਂ, ਜਿੱਡੀ ਮੇਰੀ ਪਕੜਿਆ ਕਿਸੇ ਚੀਜ਼ ਉੱਤੇ। ਇਹ ਅਹੰਗ ਬਿਰਤੀ ਜਿਹੜੀ ਏ, ਗੁਰੂ ਨਾਨਕ ਸਾਹਿਬ ਬਿਆਨ ਕਰਦੇ, ਮੈਨੂੰ ਬਸ ਆਹੀ ਗੱਲ ਬੁਝਾ ਦੇ, ਇਹੀ ਸਮਝਾ ਦੇ ਕਿ ਮੈਂ ਇਸ ਕਲਟਰ ਦੇ ਵਿੱਚ, ਇਸ ਟਰੈਪ ਦੇ ਵਿੱਚ ਨਾ ਫਸ ਜਾਵਾਂ। ਮੈਂ ਤੇਰਾ ਗੁਣਗਾਨ ਕਰਨ ਲਈ ਤੁਰਾਂ ਤੇ ਤੇਰੇ ਗੁਣਗਾਨ ਵਿੱਚ ਹੀ ਲੱਗਾ ਰਹਾਂ। ਤੇ ਸੱਚਾਈ ਹੈ, ਗੁਰੂ ਨਾਨਕ ਸਾਹਿਬ ਦਾ ਪੂਰਾ ਤੁਸੀਂ ਸੰਦੇਸ਼ ਪੜ੍ਹੋ ਬਾਣੀ ਦੇ ਵਿੱਚ,
ਅਸੀਂ ਜਪਜੀ ਸਾਹਿਬ ਵਿੱਚ ਹੀ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ ਕਿ ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕੁਦਰਤ ਕਵਨ ਕਹਾਂ ਵਿਚਾਰ, ਮੇਰੀ ਕੀ ਪਾਇਆ ਮੈਂ ਤੇਰੇ ਬਾਰੇ ਕੁਝ ਰਾਏ ਦੇਵਾਂ, ਤੇਰੇ ਬਾਰੇ ਵਿਚਾਰ ਦੇਵਾਂ, ਮੈਂ ਬਹੁਤ ਅਦਨਾ ਤੇ ਛੋਟਾ ਹਾਂ। ਈਵਨ ਹੋਰ ਬਾਤ ਪੜ੍ਹ ਲਓ, ਨਾਨਕ ਨੀਚ ਕਹੇ ਵਿਚਾਰ, ਮਤਲਬ ਇਹ ਵੀ ਬਾਤ ਨਾਲ ਐਡ ਕਰ ਦਿੱਤੀ। ਮੈਂ ਕੌਣ ਹੁੰਨਾ ਕਿਸੇ ਨੂੰ ਜੱਜ ਕਰਨ ਵਾਲਾ, ਮੈਂ ਤੇ ਸਿਰਫ ਰਿਐਲਿਟੀ ਦੇ ਉੱਤੇ ਬੋਲ ਰਿਹਾ। ਆ ਮੈਨੂੰ ਸਮਝ ਆਈ ਜਿਸ ਚੀਜ਼ ਦੀ, ਮੈਂ ਤੇਰੀ ਹੀ ਬਖਸ਼ਿਸ਼ ਦੇ ਨਾਲ ਇਹ ਸਾਰੀ ਚੀਜ਼ ਬਿਆਨ ਕਰ ਰਿਹਾ ਹਾਂ। ਇਸ ਰੂਪ ਨੂੰ ਅਹਿਸਾਸਦਿਆਂ ਹੋਇਆਂ ਬੰਦੇ ਦੇ ਅੰਦਰ ਇਹ ਸੁਰਤ ਆ ਜਾਏ ਕਿ ਰੱਬ ਜੀ ਨੂੰ ਗੁਣਾਤਮਕ ਪੱਖ ਤੋਂ ਵੀ ਤੁਸੀਂ ਕਿਸੇ ਖਾਸ ਕੈਟਾਗਰੀ 'ਚ ਬੰਨ੍ਹ ਨਹੀਂ ਸਕਦੇ। ਇਸ ਲਈ ਜੋ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਐਗਜ਼ੈਕਟਿਵ ਦੇ ਤੌਰ 'ਤੇ ਵਰਡ ਯੂਜ਼ ਕੀਤਾ ਜਾਂਦਾ ਸਾਡੇ ਘਰ ਦੇ ਵਿੱਚ ਬਹੁਤਾਇਤ, ਉਹ ਹੈਗਾ ਨਿਰਗੁਣ। ਨਿਰਗੁਣ ਦਾ ਮਤਲਬ ਇਹ ਹੁੰਦਾ ਹੈ, ਨਿਰਗੁਣ ਦਾ ਮਤਲਬ ਇਹ ਨਹੀਂ ਕੁਝ ਗੁਣ ਕੋਈ ਨਹੀਂ ਹੈ, ਇਹਦਾ ਮਤਲਬ ਹੈ ਉਹਦੇ ਤੇ ਕੋਈ ਗੁਣ ਆਰੋਪਿਤ ਨਹੀਂ ਕੀਤਾ ਜਾ ਸਕਦਾ। ਉਹ ਇਤਨਾ ਵੱਡਾ ਆ, ਸਾਡੇ ਕੋਲ ਸਮਰੱਥਾ ਨਹੀਂ ਕਿ ਉਹਦੇ ਗੁਣਾਂ ਨੂੰ ਵੀ ਅਸੀਂ ਪੂਰੀ ਤਰ੍ਹਾਂ ਬਖਾਨ ਕਰ ਸਕੀਏ, ਬਿਆਨ ਕਰ ਸਕੀਏ। ਅਸੀਂ ਇਹਨੂੰ ਬੜੇ ਸਰਲ ਭਾਵ ਵਿੱਚ ਪੜ੍ਹਦੇ ਹਾਂ। ਮਹਾਰਾਜ ਬਿਆਨ ਕਰਦੇ, ਗੁਣ ਇਹੋ ਹੋਰ ਨਾ ਹੀ ਕੋਏ। ਮੈਨੂੰ ਇੱਕ ਅਹਿਸਾਸ ਹੋ ਗਿਆ, ਤੇਰੇ ਹੋਣਗੇ ਹਜ਼ਾਰਾਂ ਹਜ਼ਾਰਾਂ ਲੱਖਾਂ ਲੱਖਾਂ ਅਣਗਿਣਤ ਗੁਣ ਕਰਤਾਰ, ਪਰ ਇੱਕ ਗੁਣ ਮੇਰੀ ਸਮਝ 'ਚ ਆ ਗਿਆ ਕਿ ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜਿਹਨੂੰ ਮਹਾਰਾਜ ਨੇ ਇਸ ਤਰ੍ਹਾਂ ਬਿਆਨ ਕੀਤਾ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਜਿਹੋ ਜਿਹਾ ਤੂੰ ਹੈ ਉਹੋ ਜਿਹਾ ਤੂੰ ਹੀ ਹੈ, ਤੈਨੂੰ ਕੋਈ ਉਪਮੇय ਵੀ ਨਹੀਂ ਦਿੱਤਾ ਜਾ ਸਕਦਾ। ਤੈਨੂੰ ਐਗਜ਼ਾਮਪਲ ਕਿਹਦੇ ਨਾਲ ਦੇਵਾਂਗੇ? ਤੇਰਾ ਕੋਈ ਉਪਮੇय ਨਹੀਂ, ਤੇਰਾ ਕੋਈ ਉਪਮਾਨ ਨਹੀਂ, ਤੇਰੀ ਕੋਈ ਐਗਜ਼ਾਮਪਲ ਨਹੀਂ, ਤੇਰੀ ਕੋਈ ਕਿਸੇ ਕਿਸਮ ਦੇ ਨਾਲ ਕੋਈ ਮੈਟਾਫੋਰ ਤੇਰੇ ਉੱਤੇ ਜਿਹੜਾ ਹੈਗਾ ਅਸੀਂ ਆਰੋਪਿਤ ਨਹੀਂ ਕਰ ਸਕਦੇ। ਇਸ ਕਰਕੇ ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਤੁਸੀਂ ਮੰਜ਼ਰ ਦੇਖੋ, ਜੇਕਰ ਬੰਦਾ ਦਿਨ ਦੇ ਦੁਪਹਿਰੇ ਦੇਖੇ, ਇਤਨੀ ਰੌਸ਼ਨੀ, ਹਰ ਚੀਜ਼ ਹੈ ਬਿਲਕੁਲ ਜਿਵੇਂ ਕਹਿ ਲਓ ਕਿ ਸੋਨੇ ਚਾਂਦੀ ਦੇ ਨਿਮਿਤ ਲਿਸ਼ਕਦੀ ਚਮਕਦੀ ਦਿਸਦੀ ਹੈ। ਚਾਰ ਚੁਫੇਰੇ 2-4 ਘੰਟੇ ਬਦਲਦੇ ਨੇ, ਪਤਾ ਕੀ ਲੱਗਦਾ ਹੈ? ਖਾਸ ਕਰਕੇ ਜਦੋਂ ਚੰਦਰਮਾ ਨਾ ਚੜਿਆ ਹੋਏ ਜਾਂ ਘੱਟ ਹੋਏ ਅਮਾਵਸ ਦੀਆਂ ਰਾਤਾਂ ਦੇ ਵਿੱਚ ਤੁਹਾਨੂੰ ਕੀ ਲੱਗੇਗਾ? ਇੰਨਾ ਹਨੇਰਾ ਕੀ ਹੈ। ਬੰਦਾ ਮਤਲਬ ਇਸ ਤਰ੍ਹਾਂ ਕਿ ਇੱਕਦਮ ਰੌਸ਼ਨੀ ਦੀ ਚਾਦਰ ਤਣੀ ਸੀ, ਇੱਕਦਮ ਹਨੇਰੇ ਦੀ ਚਾਦਰ ਤਾਣ ਦਿੱਤੀ ਸਾਰੇ ਦੀ ਸਾਰੀ। ਕਿਆ ਕਮਾਲ ਹੈ। ਤੇਰੀ ਵਡਿਆਈ 'ਚ ਕੀ ਕਹਾਂ ਤੇ ਕੀ ਨਾ ਕਹਾਂ, ਮੇਰੇ ਕੋਲ ਕਿੱਥੇ ਐਬਿਲਿਟੀ ਹੈ? ਮੈਂ ਤੇਰੀ ਬਾਤ ਕਰਾਂ ਦਾਤੇ ਨਾ, ਮੈਂ ਤੇ ਤੇਰੀ ਦਾਤ ਦੀ ਬਾਤ ਵੀ ਨਹੀਂ ਕਰ ਸਕਦਾ। ਮੈਂ ਤੇ ਇੰਨਾ ਵੀ ਸਮਰੱਥ ਨਹੀਂ ਤੇਰੀ ਦਾਤ ਨੂੰ ਕੰਪਲੀਟਲੀ ਉਸ ਲੈਵਲ ਤੇ ਐਕਸਪਲੇਨ ਕਰ ਸਕਾਂ, ਅੰਡਰਸਟੈਂਡ ਕਰ ਸਕਾਂ, ਉਸ ਲੈਵਲ ਤੇ ਲਿਆ ਸਕਾਂ। ਇੱਥੇ ਜਾ ਕੇ ਫਿਰ ਦਾਵਾ ਨਹੀਂਗਾ ਕੋਈ, ਇੱਥੇ ਸਮਝ ਆ ਜਾਂਦੀ ਹੈ। ਕੋਈ ਉਸ ਨੂੰ ਰਾਮ ਰਾਮ ਕਹਿੰਦਾ ਹੈ, ਕੋਈ ਅੱਲਾ ਅੱਲਾ ਕਹਿੰਦਾ ਹੈ, ਕੋਈ ਉਸ ਨੂੰ 7ਵੇਂ ਤਬਕ ਤੇ ਦੱਸਦਾ ਹੈ, ਕੋਈ ਉਹਨੂੰ 13ਵੇਂ ਤੇ ਦੱਸਦਾ ਹੈ। ਇਹ ਵੀ ਇੱਕ ਡਾਈਵਰਸ ਰੰਗ ਹੈ ਮਦਰ ਨੇਚਰ ਦੇ ਸਾਰੇ ਬਣਾਏ ਹੋਏ ਪਸਾਰੇ ਦੇ ਵਿੱਚ। ਇਸੇ ਲਈ ਸਾਨੂੰ ਇਹ ਸਮਝਾ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਭਲੇ ਬੰਦੇ ਭਾਵੇਂ ਉਹ ਸਮ੍ਰਿਤੀਆਂ ਨੇ, ਭਾਵੇਂ ਵੇਦ ਨੇ, ਭਾਵੇਂ ਸ਼ਾਸਤਰ ਨੇ, ਭਾਵੇਂ ਕੁਛ ਵੀ ਹੈ, ਇਹ ਸਾਰੇ ਸਹਾਰਾ ਬਣਨ ਤੈਨੂੰ ਨਾਮ ਤੱਕ ਪਹੁੰਚਾਉਣ ਵਾਸਤੇ। ਫਿਰ ਤੇ ਬੜਾ ਭਲਾ ਆ। ਤੇ ਜੇ ਸਮਰੱਥਾ ਇਸ ਲੈਵਲ ਤੇ ਨਹੀਂ ਬਣ ਰਹੇ, ਫਿਰ ਥੋਥੀਆਂ ਗੱਲਾਂ ਹੀ ਨੇ। ਫਿਰ ਭਾਵੇਂ ਜਿੱਡਾ ਮਰਜੀ ਕੋਈ ਸਕਾਲਰ ਹੈ, ਵਿਦਵਾਨ ਹੈ, ਤੇ ਭਾਵੇਂ ਸਕਾਲਰ ਲੈਵਲ ਦੀ ਕੋਈ ਬਾਤ ਲਿਖਤ 'ਚ ਆ ਰਹੀ ਹੈ, ਅਲਟੀਮੇਟ ਗੋਲ ਤੇ ਇਹ ਹੈ ਬੰਦੇ ਨੂੰ ਉਹਦੀ ਹੋਂਦ ਦਾ ਅਹਿਸਾਸ ਰਹੇ, ਸੁਰਤ ਵਿੱਚ ਉਹਦੇ ਨਿਰਮਲ ਭੈ ਭਾਵ ਵਿੱਚ ਰਹੇ, ਬੰਦਾ ਜ਼ਹਿਨੀ ਤੌਰ ਤੇ ਉਸ ਕਰਤਾਰੀ ਹਸਤੀ ਦੇ ਉਹਨੂੰ ਮਾਣ ਸਕੇ। ਗੁਰੂ ਨਾਨਕ ਸਾਹਿਬ ਦਾ ਬਿਆਨ ਕਰਦੇ, ਤੇਰੇ ਗੁਣ ਗਾਵਾਂ ਮੈਂ, ਆ ਗੁਣ ਗਾਵਾਂ ਤੇਰੇ, ਮੈਂ ਆ ਵਡਿਆਈ ਗਾਵਾਂ ਤੇਰੀ, ਕਿਸੇ ਹੰਕਾਰ 'ਚ ਨਹੀਂ,
ਕਿਸੇ ਖਾਸ ਕਿਸਮ ਦੇ ਇਜ਼ਮ ਵਿੱਚ ਨਹੀਂ, ਕਿਸੇ ਖਾਸ ਕਿਸਮ ਦੇ ਕਲਟਰ ਨੂੰ ਇਕੱਠਿਆਂ ਕਰਦਿਆਂ ਹੋਇਆਂ ਨਹੀਂ ਨਾ। ਦੇਹ ਬੁਝਾਈ ਜੈਸੇ ਸੱਚ ਮੈਂ ਰਹੂੰ ਸਮਾਈ। ਇਸ ਤਰ੍ਹਾਂ ਹੋਵੇ ਇਹ ਗੁਣਗਾਨ ਕਰਦਿਆਂ ਹੋਇਆਂ ਮੇਰੀ ਸੁਰਤ ਬਿਲਕੁਲ ਸਚਿਆਰ ਹੋਣ ਵਾਲੇ ਪਾਸੇ ਤੁਰੇ, ਮੈਂ ਸੁਰਤ ਕਰਕੇ ਸੱਚ 'ਚ ਸਮਾਉਂਦਾ ਰਹਾਂ। ਇਹੀ ਗੁਣਗਾਨ ਹੈ। ਜਿਹੜੇ ਲਫ਼ਜ਼, ਜਿਹੜੇ ਅੱਖਰ, ਜਿਹੜੀਆਂ ਸੋਚਾਂ, ਜਿਹੜੇ ਖਿਆਲ ਮੈਨੂੰ ਸੱਚ ਦੇ ਹਾਣੀ ਬਣਾਉਂਦੇ ਨੇ, ਉਹੀ ਧਰਮ ਹੈ ਮੇਰੇ ਵਾਸਤੇ, ਉਹੀ ਸ਼ੁਭ ਹੈ ਮੇਰੇ ਵਾਸਤੇ, ਉਹੀ ਸ਼ਬਦ ਹੈ ਮੇਰੇ ਵਾਸਤੇ। ਇਸੇ ਨੂੰ ਹੀ ਗੁਰੂ ਮਹਾਰਾਜ ਨੇ ਬਾਣੀ 'ਚ ਇਸ ਤਰ੍ਹਾਂ ਵੀ ਬਿਆਨ ਕੀਤਾ ਕਿ ਆਓ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਇਹੋ ਜਿਹੀ ਬਾਣੀ, ਇਹੋ ਜਿਹੇ ਉਪਦੇਸ਼ਾਂ ਨੂੰ ਗਾਓ ਜਿਹੜੀ ਤੁਹਾਨੂੰ ਸਚਿਆਰ ਬਣਾਉਂਦੀ ਹੈ, ਜਿਹੜੀ ਕੁੜਿਆਰ ਬਣਾਏ ਨਾ ਜਾਇਓ ਉਹਦੇ ਨੇੜੇ। ਉਹ ਸੰਗਤ ਵੀ ਮਾਫਕ ਨਹੀਂ ਗੀ, ਉਹ ਲਿਟਰੇਚਰ ਵੀ ਮਾਫਕ ਨਹੀਂ ਗਾ, ਉਹ ਆਲੇ ਦੁਆਲੇ। ਕਿਉਂਕਿ ਬੰਦਾ ਵੈਸੇ ਹੀ ਆਪਣੇ ਵਜੂਦ ਕਰਕੇ ਹੰਕਾਰ ਦਾ ਮਾਰਿਆ ਪਿਆ ਹੈ, ਜਿਸ ਨੂੰ ਹੋਰ ਇਹੋ ਜਿਹੇ ਚੱਕਰ 'ਚ ਪਾਓਗੇ, ਜਿਹਨੂੰ ਸਾਹਿਬ ਨੇ ਕਿਹਾ ਸੀਗਾ ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਖੁਦਾ ਤੇ ਹਾਜ਼ਰ ਨਾਜ਼ਰ ਸੀਗਾ, ਬੰਦੇ ਨੂੰ ਸਮਝ ਹੀ ਐਸੀ ਦੇ ਦਿੱਤੀ, ਸੋਚ ਹੀ ਐਸੀ ਦੇ ਦਿੱਤੀ, ਸੋਚ ਕਰਕੇ ਕਰਪਟ ਹੋ ਗਿਆ। ਹੁਣ ਕਰਪਟ ਹੋਏ ਨੂੰ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਉਹ ਨਜ਼ਰ ਨਹੀਂ ਪੈ ਰਿਹਾ, ਸਾਹਮਣੇ ਹੋਣ ਦੇ ਬਾਵਜੂਦ ਵੀ ਉਹ ਦਿਸਦਾ ਨਹੀਂ ਗਾ, ਕਿਉਂਕਿ ਸੋਚ ਨੇ ਉਹ ਲੈਵਲ ਹੀ ਸਾਰਾ ਦਾ ਸਾਰਾ ਬਦਲ ਦਿੱਤਾ, ਸਕਵੀਜ਼ ਕਰ ਦਿੱਤਾ ਸਭ ਕੁਛ। ਇਸੇ ਕਰਕੇ ਸਮਾਜਾਂ ਦੇ ਵਿੱਚ ਅਸੀਂ ਵਿਚਰਦਿਆਂ ਹੋਇਆਂ ਦੇਖਦੇ ਹਾਂ ਕਿ ਇਸ ਕਿਸਮ ਦੀ ਬਾਤ ਤੁਹਾਨੂੰ ਮਿਲਦੀ ਹੈ। ਇੱਕ ਪਾਸੇ ਉਹ ਲੋਕ ਨੇ ਜਿਹੜੇ ਰੱਬ ਰੱਬ ਕਰਦੇ ਨੇ ਤੇ ਉਹਨਾਂ ਨੂੰ ਰੱਬ ਦਾ ਕੋਈ ਭੈ ਨਹੀਂ, ਕੋਈ ਕੁਛ ਨਹੀਂ, ਫਿਰ ਲੱਗਦਾ ਪਖੰਡ ਹੈ। ਇੱਕ ਪਾਸੇ ਉਹ ਹਿੱਸਾ ਵੀ ਮਿਲ ਜਾਏਗਾ ਜਿਹੜਾ ਕਹੇਗਾ ਵੀ ਰੱਬ ਦਾ ਨਾਂ ਲਿਆ ਨਹੀਂ ਤੇ ਬਸ ਆਈ ਐਮ ਟੋਟਲੀ ਐਂਟੀ ਅਗੇਂਸਟ ਯੂ। ਵਾਈ? ਬਿਕੋਜ਼ ਯੂ ਆਰ ਟਾਕਿੰਗ ਅਬਾਊਟ ਰਿਲੀਜਨ ਔਰ ਗॉड। ਆਈ ਐਮ ਐਂਟੀ ਰਿਲੀਜੀਅਸ ਪਰਸਨ, ਆਈ ਐਮ ਐਥੀਇਸਟ। ਹਕੀਕਤ ਇਹ ਹੈ ਉਹਦਾ ਹੋਣਾ ਨਾ ਹੋਣਾ, ਉਹਦੀ ਹੋਂਦ ਨਾ ਹੋਂਦ ਹੋਣੀ, ਇਹ ਕੋਈ ਮੇਰੇ ਤੁਹਾਡੇ ਸੋਚਣ ਤੇ ਜਾਂ ਕਹਿਣ ਤੇ ਥੋੜ੍ਹਾ ਖੜੀ ਹੈ। ਸ਼ਬਦ ਇੱਥੇ ਮੁੱਕਣਾ ਆ ਕੇ, ਉਹ ਤੇ ਆਪਣਾ ਵਜੂਦ ਆਪ ਰੱਖਦਾ। ਗੱਲ ਤੇ ਇਹ ਹੈ ਕਿ ਮੁਝ ਇਨਸਾਨ ਨੂੰ ਜੋ ਥੋੜ੍ਹਾ ਜਿਹਾ ਲਾਈਫ ਦਾ ਐਕਸਪੈਨ ਮਿਲਿਆ ਹੈਗਾ, ਮੈਂ ਉਸ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ ਪ੍ਰੋਪਰਲੀ, ਜਿਹਦੇ ਵਿੱਚ ਜੀਵਨ ਮਿਜ਼ਰੇਬਲ ਨਾ ਹੋ ਕੇ, ਮੈਡਨੈਸ ਦੇ ਵਿੱਚ ਉਹ ਸਮੁੰਦਰ 'ਚ ਨਾ ਘਿਰਦਾ ਹੋਇਆ, ਬਲਕਿ ਉਮਦਾ ਤਰੀਕੇ ਦੇ ਨਾਲ ਖੁਸ਼ੀਆਂ ਦੇ ਰੰਗ 'ਚ ਫਲੋਟ ਕਰੇ। ਉਹਦੀ ਬਾਤ ਪਾਵਾਂ, ਮੈਂ ਉਹਦੇ ਉੱਤੇ ਫੋਕਸ ਕਰਾਂ। ਮੈਂ ਇਹਦੇ ਲਈ ਬਹੁਤ ਸੁੰਦਰ ਐਗਜ਼ਾਮਪਲ ਕਿਸੇ ਨੇ ਦਿੱਤੀ ਲਿਟਰੇਚਰ ਦੇ ਵਿੱਚ। ਉਹ ਕਹਿੰਦੇ ਕਿ ਮੇਲ ਕੀਜੀਏ ਬਡਨ ਸਿਓ, ਸੰਗ ਕੀਜੀਏ ਬਡਨ ਸਿਓ, ਹੋਤ ਬਡਨ ਸਿਓ ਮੇਲ। ਜਿਹੜੀ ਸੰਗਤ ਕਰਨੀ ਹੈ ਇਹ ਚੱਜ ਦੀ ਕਰੋ। ਖਿਆਲ ਨੇ ਸੰਗਤ ਦੇ ਰੂਪ ਵਿੱਚ, ਖਿਆਲਾਂ ਨੂੰ ਸਾਂਝੇ ਕਰਨ ਵਾਲੇ ਲੋਕ ਨੇ, ਖਿਆਲਾਂ ਨੂੰ ਸਾਡੇ ਤੱਕ ਪਹੁੰਚਾਉਣ ਵਾਲੀਆਂ ਜਗ੍ਹਾ ਨੇ, ਜਿਵੇਂ ਗੁਰਦੁਆਰਾ ਆ। ਸਿੱਧੀ ਤਾਰੀਫ ਹੈ ਗੁਰਦੁਆਰੇ ਦੀ, ਪਰਿਭਾਸ਼ਾ ਇਹ ਹੈ, ਡੈਫੀਨੇਸ਼ਨ ਆਫ ਗੁਰਦੁਆਰਾ ਇਜ਼ ਗੁਰੂਦੁਆਰਾ ਹੋਏ ਸੋਝੀ ਪਾਏ ਸੀ। ਮਤਲਬ ਜਿੱਥੇ ਸੋਝੀ ਮਿਲਦੀ ਹੈ ਬੰਦੇ ਨੂੰ, ਜਿੱਥੇ ਬੁੱਝਣ ਦੀ ਗੱਲ ਹੋ ਰਹੀ ਸੀਗੀ। ਸ਼ਬਦ ਉਹ ਹੈ ਜਿਹੜਾ ਤੁਹਾਨੂੰ ਆਤਮਸਾਤ ਕਰਦਾ, ਆਪਣੇ ਆਪ ਦੀ ਤੁਹਾਡੀ ਜਿਹੜੀ ਹੈ ਜਾਣ ਪਹਿਚਾਣ ਕਰਾਉਂਦਾ। ਸੰਗਤ ਉਹ ਆ ਜਿਹੜੀ ਤੁਹਾਨੂੰ, ਜਿਹਨੂੰ ਸਾਹਿਬ ਨੇ ਬਿਆਨ ਕੀਤਾ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਉਹਦੇ ਨਾਲ ਜੁੜ ਜਾ ਕੇ ਅਸੀਂ ਆਪਣੇ ਸਕਾਲਰਸ ਨੂੰ ਪੜ੍ਹਦੇ ਹਾਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਬਚਨ ਅਸੀਂ ਕਈ ਵਾਰੀ ਪੜ੍ਹਿਆ। ਉਹ ਬਿਆਨ ਕਰਦੇ, ਆ ਹਜ਼ੂਮ ਖੁਸ਼ ਕਿ ਬਹਿਰੇ ਬੰਦਗੀਸਤ। ਹਜੂਮ ਕਹਿੰਦੇ ਇਕੱਠ ਨੂੰ। ਇਕੱਠ ਦਾ ਪ੍ਰਭਾਵ ਬੜਾ ਵੱਡਾ ਪੈਂਦਾ ਹੈਗਾ। ਆਪ ਅਹਿਸਾਸ ਕਰੋਗੇ, ਜਿਵੇਂ ਵੱਡੇ ਵੱਡੇ ਮਿਊਜ਼ਿਕ ਕੌਨਸਰਟਸ ਹੁੰਦੇ ਨੇ, ਵੱਡੇ ਵੱਡੇ ਟੂਰਨਾਮੈਂਟਸ ਹੁੰਦੇ ਨੇ, ਜਿਵੇਂ ਆਪਾਂ ਓਲੰਪਿਕਸ ਦੀ ਗੱਲ ਕਰਦੇ ਹੈਗੇ ਆ, ਇਹ ਲੋਕਾਂ ਨੂੰ ਮੋਟੀਵੇਟ ਕਰਦੇ ਨੇ, ਇਹ ਮੁਹਾਜ ਨੂੰ। ਕਿਉਂਕਿ ਜਦੋਂ ਬੰਦਾ ਕਿਸੇ ਖਾਸ ਭੀੜ ਦਾ ਹਿੱਸਾ ਬਣਦਾ, ਕਿਸੇ ਖਾਸ ਗੈਦਰਿੰਗ ਦੇ ਵਿੱਚ ਪਾਰਟੀਸਪੇਟ ਕਰਦਾ ਹੈ, ਤੇ ਉਹਦਾ ਜਿਹੜਾ ਸੋਚਣ ਦਾ ਲੈਵਲ ਆ ਇੰਡੀਵਿਜੂਅਲ ਤੋਂ ਸਮੂਹਕ ਤੇ ਜਾ ਜਾਂਦਾ ਹੈ। ਉਹ ਮਤਲਬ ਇੱਕ ਕਮਿਊਨਿਟੀ ਦੀ ਸੈਂਸ ਵਿੱਚ ਆਉਣਾ ਸ਼ੁਰੂ ਹੋ ਜਾਂਦਾ। ਫਿਰ ਉਹ ਇੰਡੀਵਿਜੂਅਲ ਆਪਣੀ ਇੰਡੀਵਿਜੂਅਲਿਟੀ ਜਿਹੜੀ ਹੈ ਉਹਨੂੰ ਛੱਡ ਦਿੰਦਾ, ਜਿਵੇਂ ਸਮੂਹ ਕਰਦਾ, ਜਿਵੇਂ ਉਹ ਕਮਿਊਨਿਟੀ ਕਰਦੀ ਹੈ। ਜੇ ਉਹ ਕੂਕਾਂ ਮਾਰਦੀ, ਉਹ ਕੂਕਾਂ ਮਾਰਦਾ ਹੈ। ਜੇ ਰੌਲਾ ਪਾਉਂਦੀ, ਰੌਲਾ ਪਾਉਂਦਾ ਹੈ। ਜਿਸ ਐਕਚੁਅਲ ਲੈਵਲ ਤੇ
इस तरह कह लिया जाए कि जिवें पानी दी छोटियां छोटियां बूंदां ने तो एक लैवल ते एक पूरा दा पूरा तलाऽ बन गईयां ने। हुण ओह तलाऽ हर एक बूंद अपने इंडिविजुअल लैवल ते कुछ जो है कुछ सोचे या कुछ कर नहीं सकती, बल्कि हुंदा की है जिवें हवा आउंदी है, जिवें दूजे पानी दे सारियां बूंदां लहर विच जांदियां ने, वो लहर विच जांदा। जे वो शांत हो जांदियां ने शांत हो जांदा, क्योंकि ਉਹਦਾ रूप हो गया पूरा ਦਾ पूरा। आ एक्चुअली संगत हुंदी है, हजूम ये हुंदा। ਜਿਹੋ जे हजूम का हिस्सा बनोगे उस किस्म की सोच, उस किस्म की जिहड़ी है अंदर विचार राय ख्याल वो पनपने शुरू हो जाएंगे। सेंस ऑफ बिलोंगिंग जिन्होंने कहने असी, फिर लोग उस तरीके की अपनी बिलोंगिंग समझने शुरू कर देंगे। ये चीज़ां जे रूप देखा जाए ना, जिहड़ा ईवन भावें म्यूजिक कॉन्सर्ट्स का लै लो, मेलियां का लै लो, ये सारियां चीज़ां बंदे ते गहरा प्रभाव छड्डदियां ने। ईवन जे आपां ओलंपिक्स की गल करते हैगे आ तो ये कोई शक नहीं हैगा कि हर बंदा दूसरे नूं ये दसना चाहुंदा है कि आई एम द बेस्ट, आई एम एक्चुअली रियली मोर वर्थी दैन यू और दैन कंपेयर टू अदर्स। ਇਹਦੇ ਲਈ फिर कई मतलब 100 साल ਪਹਿਲਾਂ ਗ੍ਰੀਸ ਦੇ ਵਿੱਚ ਜਦੋਂ ਉੱਥੇ ਟ੍ਰਾਈਬਲ ਜਿਹੜਾ ਕਲਚਰ ਸੀਗਾ ਉਹਦੇ ਵਿੱਚੋਂ ਟ੍ਰਾਈਬਸ ਦੇ ਵਿੱਚੋਂ ਇੱਕ ਚੀਜ਼ ਆਈ ਕਿ ਓਕੇ ਆਪਾਂ ਮੌਕਾ ਦਿੰਦੇ ਹਾਂ। ਇਹ ਇੱਕ ਸਿਵਲ ਲੈਵਲ ਦੀ ਜੰਗ ਆ, ਜਿਸ ਜੰਗ ਤੇ ਸਾਰਿਆਂ ਨੂੰ ਓਪਨਲੀ ਇਨਵਾਈਟ ਕੀਤਾ ਜਾਂਦਾ, ਪਰ ਉਹਦਾ ਕ੍ਰਾਈਟੀਰੀਆ ਸਾਰੇ ਤੇ ਆ ਨਹੀਂ ਸਕਦੇ। ਇਸ ਕਰਕੇ ਆਪੋ ਆਪਣੇ ਨੇਸ਼ਨ ਰੀਜਨ ਖਿੱਤਿਆਂ ਦੇ ਵਿੱਚੋਂ ਪਹਿਲਾਂ ਲੋਕ ਵਿਨ ਕਰਨਗੇ ਤੇ ਫਿਰ ਇੱਥੇ ਆ ਕੇ ਪਹੁੰਚਣਗੇ। ਇਹ ਮੁਜ਼ਾਹਰਾ ਹੈ ਜਿਵੇਂ ਅਸੀਂ ਅਲਟੀਮੇਟਲੀ ਤੇ ਜਾਨਵਰ ਹੀ ਆ, ਮਤਲਬ ਇਹ ਜੀਵ ਜਿਹੜਾ ਆ ਮਨੁੱਖ ਜਿਹੜਾ ਥੋੜਾ ਸਿਵਲ ਹੈ, ਬਸ ਉਹ ਤੇ ਕੁਛ ਨਹੀਂ। ਪਰ ਜਾਨਵਰਾਂ ਦੀ ਦੁਨੀਆ ਵਿੱਚ ਉਹ ਕਹਿੰਦਾ ਮੈਂ ਤਗੜਾ, उस तगड़ेपन के मुजाहरे नूं लिआंदा जांदा इहो जिहियां गेम्स के जरिए, इहो ਜਿਹੇ प्रोग्रामां के जरिए। तो ये विचों फिर कुछ चीज़ां सिविल लैवल ते सिखाईयां जांदियां ने, इनू एक इस तरीके नाल यूज़ किया जाता है। इत्थे कुछ लोग उन्होंने जज करते हैं, कुछ लोग उसनों उन्होंने एक तरह के नाल उत्थे जिहड़ा है उस सारे नूं रूल्स बना के रूल्स नूं फॉलो कराउंदे ने। ਜਦੋਂ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਲੋਕ ਵੇਖਦੇ ਨੇ, ਅੱਛਾ ਰੂਲਸ ਨੂੰ ਫੋਲੋ ਕਰਦਿਆਂ ਹੋਇਆਂ ਆ ਜਿੱਤਦਾ ਆ ਹਾਰਦਾ ਆ, ਸਮਾਜ ਦੇ ਵਾਸਤੇ ਕ੍ਰਾਈਟੇਰੀਆ ਸੈੱਟ ਕੀਤਾ ਜਾਂਦਾ ਆ। ਭਾਈ ਠੀਕ ਹੈ, ਰੂਲਸ ਦੇ ਅਕੋਰਡਿੰਗਲੀ ਕੋਈ ਜਿੱਤਦਾ, ਰੂਲਸ ਦੇ ਅਕੋਰਡਿੰਗਲੀ ਕੋਈ ਹਾਰਦਾ। ਇਸ ਕਰਕੇ ਅਨਾਰਕੀ ਨਹੀਂ ਚਾਹੀਦੀ, ਰੂਲਸ ਚਾਹੀਦੇ ਨੇ। ਅਨਾਰਕੀ ਨਹੀਂ ਚਾਹੀਦੀ, ਇੱਥੇ ਕੋਈ ਸਿਵਲ ਬਿਹੇਵੀਅਰ ਚਾਹੀਦਾ ਹੈ। ਐਕਚੁਅਲ ਲੈਵਲ ਤੇ ਆ ਹੈ ਇਹਨਾਂ ਦੇ ਪਿੱਛੇ ਦਾ ਮਕਸਦ। नहीं तो एडे वड्डे लोक हजूम नूं किवें चलाया जाएगा। ये कंपनियां जिहड़ियां 2-2 4-4 सेंट बाय हर एक प्रोडक्ट के उत्ते जिहड़ा हैगा अर्न कर करके ते एडे एडे वड्डे कॉरपोरेट घराने बने ने। तुसीं की सोचते हो बिलियंस डॉलर एवें खर्च दिंदे इहो जे ईवेंट्स के उत्ते। उन्हां नूं मनी की कोई वैल्यू नहीं है, बड़ी वैल्यू है उन्हां नूं, साडे तुहाडे तो बहुत ज़्यादा है। उन्हां दा रीजन इहदे पिछे ये है क्या, ताकि ਵੱਡੇ ਲੈਵਲ ਤੇ ਮਨੁੱਖਤਾ ਨੂੰ ਇਹੋ ਜਿਹੇ ਬਿਹੇਵੀਅਰ ਨਾਲ ਜੋੜਿਆ ਜਾਏ ਤਾਂ ਕਿ ਜੋ ਸਿਸਟਮ ਚੱਲ ਰਿਹਾ ਨਾ ਇਹ ਐਵੇਂ ਚੱਲਦਾ ਰਹਿ ਸਕੇ, ਇਹਦੇ ਚ ਅਨਾਰਕੀ ਨਾ ਆ ਜਾਏ, ਇਹ ਚ ਕੋਈ ਟੁੱਟ ਭੱਜ ਨਾ ਆਵੇ। ਇਹ ਸਾਰੇ ਇਹਦੇ ਪਿੱਛੇ ਇਹਦਾ ਮਨਸ਼ਾ ਇਸ ਕਿਸਮ ਦੀ ਹੈ। ਸੋ ਅਲਟੀਮੇਟਲੀ ਉਹ ਹਜ਼ੂਮ ਜਿਹੜਾ ਆ ਲੋਕਾਂ ਤੱਕ ਕੁਝ ਮੈਸੇਜ ਡਿਲੀਵਰ ਕਰਦਾ ਆ, ਲੋਕਾਂ ਨੂੰ ਉਸ ਮੈਸੇਜ ਦੇ ਨਾਲ ਅੰਗੇਜ ਕਰਕੇ ਇੱਕ ਲੈਵਲ ਤੇ ਉਹਨਾਂ ਕੋਲ ਉਹੋ ਜਿਹਾ ਬਿਹੇਵੀਅਰ ਉਹਦੀ ਡੈਮੋਸਟ੍ਰੇਸ਼ਨ ਕਰਾਉਣ ਦੇ ਵਿੱਚ ਉਹ ਸਮਰੱਥ ਹੋ ਜਾਂਦਾ। ਇਹ ਹਜ਼ੂਮ ਦੀ ਐਕਚੁਅਲੀ ਐਬਿਲਿਟੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਜ਼ੂਮ ਦੁਨੀਆ ਦਾ ਕੋਈ ਵੀ ਹੈ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਅਸੀਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਬੈਸਟ ਹਜ਼ੂਮ ਕਿਹੜਾ ਹੋ ਸਕਦਾ ਹੈ। ਇਕੱਠ ਗੈਟ ਟੂਗੈਦਰ ਜਿਹੜੀ ਖਾਸ ਕਰਕੇ ਗੈਦਰਿੰਗ ਹੈ, ਉਹਨਾਂ ਬਿਆਨ ਕੀਤਾ ਆ ਹਜ਼ੂਮ ਖੁਸ਼ ਕਿ ਬਹਿਰੇ ਬੰਦਗੀਸਤ। ਉਹ ਹਜ਼ੂਮ ਬਹੁਤ ਭਲਾ ਆ ਜਿੱਥੇ ਬੈਠ ਕੇ ਬੰਦਗੀ ਦੀ ਬਹਿਰ ਚੱਲਦੀ ਹੈ। ਬੰਦੇ ਨੂੰ ਇਹੋ ਜਿਹੀ ਪ੍ਰੇਰਨਾ ਮਿਲੇ ਜਿਹਦੇ 'ਚ ਬੰਦੇ ਦੇ ਬੰਦੇ ਹੋਣ ਦਾ ਅਹਿਸਾਸ ਨਾ ਮਰੇ, ਉਹਦੇ 'ਚ ਇਨਸਾਨੀ ਗੁਣਾਂ ਦੀ ਤਾਮੀਰੀਅਤ ਆ ਸਕੇ। ਇਹ ਸੰਗਤ ਆ, ਇਹ ਹੈ ਐਕਚੁਅਲੀ ਨਾਮ ਦਾ ਜਾਵੀਆ। ਇੱਥੇ ਗੁਰੂ ਮਹਾਰਾਜ ਬਿਆਨ ਕਰਦੇ ਮੈਂ ਤੇਰੇ ਇਹੋ ਜਿਹੇ ਗੁਣਗਾਨ ਦਾ ਹਿੱਸਾ ਬਣਾ,
ਇਹੋ ਜੀ ਵਡਿਆਈ ਦਾ ਹਿੱਸਾ ਬਣਾ, ਇਹੋ ਜੀ ਇਬਾਦਤ ਦਾ, ਇਹੋ ਜੀ ਬੰਦਗੀ ਦਾ ਹਿੱਸਾ ਬਣਾ, ਜੈਸੇ ਸੱਚ ਮੈਂ ਰਹੂੰ ਰਜ਼ਾਈ। ਮੈਨੂੰ ਸੱਚੀ ਰਜ਼ਾ ਦੇ ਵਿੱਚ ਰਹਿਣ ਦੀ ਅੰਦਰੋਂ ਜਾਚ ਆ ਜਾਏ, ਨਾ ਮੈਂ ਪਖੰਡੀ ਹੋਵਾਂ, ਨਾ ਮੈਂ ਬਹੁਤ ਜ਼ਿਆਦਾ ਘਮੰਡੀ ਹੋਵਾਂ, ਨਾ ਮੈਂ ਇਸ ਲੈਵਲ ਤੇ ਆ ਜਾ ਵੀ ਵਟ ਇਜ਼ ਗॉड, ਹੂ ਇਜ਼ ਗॉड, ਹੂ ਕੇਅਰ, ਨਾ ਮੈਂ ਇਸ ਲੈਵਲ ਤੇ ਆ ਜਾਵਾਂ ਕਿ ਮੈਨੂੰ ਜਿਵੇਂ ਕੋਈ ਲਾਏ ਮੈਂ ਉੱਧਰ ਹੀ ਚੱਲ ਪਵਾਂ, ਬਿਲਕੁਲ ਮੂਰਖ ਕੰਨੋਂ ਫੜ ਕੇ ਤੋਰ ਲਵੇ ਕੋਈ। ਨਾ, ਮੈਂ ਉਸ ਲੈਵਲ ਦੇ ਇਨਰ ਇੰਸਟਿੰਕਟ ਦਾ ਮਾਲਕ ਬਣਾ ਜਿੱਥੇ ਇਨਸਾਨ ਨੂੰ ਹੋਣਾ ਚਾਹੀਦਾ ਆ। ਇਨਸਾਨੀ ਕੀਮਤ, ਇਨਸਾਨੀ ਗੁਣਾਂ ਦੀ ਮੇਰੇ ਅੰਦਰ ਵੁਕਤ ਆ ਸਕੇ। ਇਹ ਰਾਹ ਉਹਦਾ ਪਤਾ ਆ। ਜੀਵਨ ਦਾ ਬਿਲਾਵਲ ਰਾਗ ਹੈ ਖੁਸ਼ੀ ਦਾ, ਬਿਲਾਵਲ ਰਾਗ ਹੈ ਖੇੜੇ ਦਾ, ਬਿਲਾਵਲ ਰਾਗ ਆ ਜ਼ਿੰਦਗੀ ਦੀ ਬਹਾਰ ਦਾ। ਐਕਚੁਅਲੀ ਆਹ ਬਹਾਰ ਹੈ ਜ਼ਿੰਦਗੀ ਦੀ। ਬੰਦਾ ਸੋਚਦਾ ਆ ਮੈਂ ਨਾ ਪੜ੍ਹ ਲਿਖ ਜਾਵਾਂ ਤੇ ਫਿਰ ਬਹਾਰ ਆਏਗੀ। ਲੋਕੀ ਪੜ੍ਹ ਲਿਖ ਜਾਂਦੇ, ਸਭ ਕੁਝ ਹੋ ਜਾਂਦਾ, ਕੋਈ ਬਹਾਰ ਨਹੀਂ ਆਉਂਦੀ। ਸ਼ਰਾਬਾਂ ਪੀਣ ਲੱਗ ਜਾਂਦੇ, ਨਸ਼ੇ ਕਰਨ ਲੱਗ ਜਾਂਦੇ, ਜੂਏ ਖੇਡਣ ਲੱਗ ਜਾਂਦੇ। ਸੱਚ ਹੈ, ਮੈਂ ਰੋਜ਼ ਇਹਦੇ ਨਾਲ ਹੀ ਡੀਲ ਕਰਦਾ। ਲੋਕੀ ਕਹਿੰਦੇ ਨਹੀਂ 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 ਨਹੀਂ, ਐਕਚੁਅਲੀ ਨਾ ਘਰ ਵਾਲੇ ਸੋਚਦਾ ਵਿਆਹ ਸ਼ਾਹ ਕਰ ਦਿੰਦੇ ਆ ਫਿਰ ਬਹਾਰ ਆ ਜਾਏਗੀ। ਹੋ ਜਾਂਦਾ, ਪਤਾ ਲੱਗਦਾ ਬਹਾਰ ਤੇ ਨਹੀਂ ਆਈ, ਹਾਂ ਕਲੇਸ਼ ਜ਼ਰੂਰ ਵੱਧ ਗਿਆ। ਪਹਿਲਾਂ ਇੱਕ ਦਾ ਸਿਆਪਾ ਸੀ, ਹੁਣ ਦੋ ਦਾ ਹੋ ਗਿਆ। ਦੈਟ ਕਾਈਂਡ ਆਫ ਥਿੰਗਸ ਹੈਪਨਿੰਗ। ਫਿਰ ਕਹਿੰਦਾ ਕੋਈ ਗੱਲ ਨਹੀਂ, ਆਪਾਂ ਇੱਕ ਕੰਮ ਕਰਦੇ ਹਾਂ, ਬੱਚੇ ਆ ਗਏ ਤੇ ਫਿਰ ਸਾਰਾ ਕੁਝ, ਬੱਚੇ ਆ ਗਏ, ਉਹ ਜ਼ਿੰਦਗੀ ਦੀ ਹੋਰ ਜ਼ਿੰਮੇਵਾਰੀਆਂ ਵੱਧ ਗਈਆਂ। ਹੁਣ ਪਤਾ ਲੱਗਦਾ ਮੇਰੀ ਆਪਣੀ ਲਾਈਫ ਕੁਛ ਨਹੀਂ ਰਹਿ ਗਈ ਹੁਣ ਤੇ। ਐਕਚੁਅਲੀ ਬਹਾਰ ਤੇ ਨਹੀਂ ਆਈ, ਬਹਾਰ ਇਹਨਾਂ ਇਹ ਤੇ ਜਸਟ ਕੁਦਰਤ ਦੇ ਇਸ ਨਿਜ਼ਾਮ ਦੇ 'ਚ ਡਿਊਟੀਜ਼ ਨੇ ਸਾਡੀਆਂ। ਜਿਹੜੀ ਬਹਾਰ ਆ ਇਹ ਤੇ ਇਸ ਸੋਚ ਨੂੰ ਅਪਣਾ ਕੇ ਆਏਗੀ, ਉਹਨਾਂ ਵੈਲਿਊਜ਼ ਨੂੰ ਅਡਾਪਟ ਕਰਕੇ ਆਏਗੀ, ਜੀਵਨ ਜੀਣ ਦੇ ਢੰਗ ਤੇ ਤਰੀਕੇਕਾਰਤਾ 'ਚ ਆਏਗੀ। ਇੱਥੇ ਬਾਬਾ ਜੀ ਬਿਆਨ ਕਰਦੇ ਇਹ ਰਜ਼ਾ ਵਿੱਚ ਰਹਿਣ ਦੀ ਜਾਚ ਆਵੇ। ਮੈਨੂੰ ਐਕਚੁਅਲੀ ਸਹੀ ਤਰੀਕੇ ਦਾ ਕ੍ਰਾਈਟੀਰੀਆ ਆਫ ਲਾਈਫ ਜਿਹੜਾ ਆ ਉਹਨੂੰ ਅਡਾਪਟ ਤੇ ਫੋਲੋ ਕਰਨ ਦੀ ਜਾਚ ਆਵੇ। ਰਹਾ ਉਹਦਾ ਪਤਾ ਆ। ਸ਼ੁਰੂਆਤੀ ਬੰਦ ਆ, ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਰੱਬ ਦੇ ਨਾਵਾਂ ਦਾ ਬੜਾ ਰੌਲਾ ਆ, ਇਹੀ ਲੜਾਈ ਹੈ, ਹੋਰ ਕੁਛ ਵੀ ਨਹੀਂ। ਸਾਡੇ ਇੱਥੇ ਹਾਲਾਂਕਿ ਆਮ ਟੋਟਲੀ ਅਗੇਂਸਟ ਆਫ ਇਸਲਾਮੋਫੋਬੀਆ, ਨੋ ਡਾਊਟ। ਕਿਸੇ ਦੇ ਇਬਾਦਤ ਕਰਨ ਦੇ ਢੰਗ, ਕੱਪੜੇ ਪਾਉਣ ਦੇ ਢੰਗ, ਖਾਣ ਪਾਣ ਦੇ ਢੰਗ ਕਰਕੇ ਉਹਨੂੰ ਛੋਟਾ ਜਾਂ ਵੱਡਾ, ਉਹਨੂੰ ਘੱਟ ਮਨੁੱਖ ਜਾਂ ਜ਼ਿਆਦਾ ਮਨੁੱਖ ਬਣਾ ਕੇ ਸਮਝਣਾ, ਇਹ ਤਾਂ ਗਲਤ ਹੈ, ਬਿਲਕੁਲ ਗਲਤ ਹੈ। ਇਹ ਕ੍ਰਾਈਟੀਰੀਆ ਮਨੁੱਖਾਂ ਦੀ ਦੁਨੀਆ 'ਚ ਹੋਣਾ ਹੀ ਨਹੀਂ ਚਾਹੀਦਾ। ਇਹ ਤੇ ਐਕਚੁਅਲ ਲੈਵਲ ਤੇ ਸਾਡੇ ਬਿਲਕੁਲ ਸਮਾਜ ਦੇ ਜ਼ਾਹਲ ਹੋਣ ਦੀ ਗੱਲ ਹੈ। ਸਾਨੂੰ ਤੇ ਸਿੱਧੇ ਤੌਰ ਤੇ ਸੰਦੇਸ਼ ਹੈ ਕਿ ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਬੋ। ਮਨੁੱਖ ਦੀ ਜ਼ਾਤ ਨਾ ਯੂਰਪੀਅਨ ਹੈ, ਨਾ ਅਮਰੀਕਨ ਹੈ, ਨਾ ਅਫਰੀਕਨ ਹੈ, ਨਾ ਆਸਟ੍ਰੇਲੀਅਨ ਹੈ, ਨਾ ਏਸ਼ੀਅਨ ਹੈ, ਨਾ ਕੋਕੇਸ਼ੀਅਨ ਹੈ, ਨਾ ਸਾਊਥ ਏਸ਼ੀਅਨ ਹੈ। ਮਨੁੱਖ ਦੀ ਜ਼ਾਤ ਹੈ ਮਨੁੱਖ, ਦੈਟਸ ਐਨਫ। ਬਾਬਾ ਜੀ ਬਿਲਕੁਲ ਕਲੀਅਰ ਸੀ ਇਸ ਗੱਲ ਦੇ ਉੱਤੇ। ਜਦੋਂ ਕੋਈ ਪੁੱਛਦਾ ਸੀਗਾ ਬਾਬਾ ਜੀ ਨੂੰ, ਹੂ ਯੂ ਆਰ, ਕੌਣ ਹੈ ਤੂੰ, ਤੇ ਬਾਬਾ ਜੀ ਕਹਿੰਦੇ ਸੀ ਮੈਂ ਹਮ ਆਦਮੀ ਹਾਂ। ਇੱਕਦਮ ਹੀ ਮੈਂ ਆਦਮੀ ਹਾਂ, ਮਨੁੱਖ ਹਾਂ, ਇਨਸਾਨ ਹਾਂ, ਮੈਂ ਹੋਰ ਕੁਛ ਵੀ ਨਹੀਂ। ਇਨਸਾਨੀਅਤ ਦੀ ਜਿਹੜੀ ਹੈ ਵੈਲਿਊ ਕੀਤੀ ਜਾਏ। ਪਰ ਖੈਰ ਫਨੈਟਿਕ ਰੰਗ ਦੁਨੀਆ ਦੇ ਹਰ ਖਿੱਤੇ 'ਚ, ਹਰ ਜਗ੍ਹਾ ਤੇ ਕਿਸੇ ਨਾ ਕਿਸੇ ਰੂਪ ਵਿੱਚ ਮਿਲ ਜਾਏਗਾ ਤੁਹਾਨੂੰ। ਸਾਡੇ ਇੱਥੇ ਇੱਕ ਗਰੁੱਪ ਨੇ ਇੱਥੇ ਮੁਹੰਮਦਨੀ ਸੋਚ ਵਾਲਿਆਂ ਨੇ, ਉਹਨਾਂ ਨੇ TTC ਦੀ ਇੱਕ ਵਾਲ ਜਿਹੜੀ ਹੈ ਉਹ ਇੱਕ ਤਰ੍ਹਾਂ ਦੇ ਨਾਲ ਰੈਂਟ ਕੀਤੀ ਤੇ ਉਹਦੇ ਉੱਤੇ ਲਿਖ ਦਿੱਤਾ ਵੀ ਬਲੀਵ ਇਨ ਅੱਲਾਹ ਨਾਟ ਇਨ ਗੋਡ। ਬੜੀ ਚਰਚਾ ਹੋਈ ਇਹਦੀ। ਤੇ ਇਹ ਪਹਿਲੀ ਵਾਰ ਨਹੀਂ ਹੋਇਆ, ਮਸਲੇ ਕਈ ਵਾਰ ਰਹੇ। ਮੇਰਾ ਰੱਬ ਵੱਡਾ ਆ, ਤੇਰਾ ਰੱਬ ਛੋਟਾ ਆ, ਮੈਂ ਆਹ ਰੱਬ ਦਾ ਮੰਨਣਾ ਆ, ਮੈਂ ਇਸ ਰੱਬ ਨੂੰ ਮੰਨਣਾ ਆ। ਗੁਰੂ ਮਹਾਰਾਜ ਬਿਆਨ ਕਰਦੇ ਹੋ ਮਨੁੱਖ ਰੱਬ ਦੇ ਨਾਂ ਦੇ ਉੱਤੇ ਤੇ ਰੱਬ ਦੇ ਨਾਵਾਂ ਦੀ ਉਸ ਮਸਾਲੀਅਤ ਦੇ ਉੱਤੇ ਝਗੜਦਾ ਤੇ ਕਹਿੰਦਾ ਆਹ ਨਾਂ ਵੱਡਾ ਆ, ਆਹ ਨਾਂ ਛੋਟਾ ਆ। ਇੰਝ ਨਹੀਂ ਲੱਗ ਰਿਹਾ ਤੂੰ ਰੱਬ ਦੀ ਸੁਸਤਤ ਕਰਨ ਦੀ ਬਜਾਏ ਉਹਦੀ ਨਿੰਦਾ ਕਰ ਰਿਹਾ। ਆਇਆ ਗੁਰੂ ਨਾਨਕ ਸਾਹਿਬ ਦਾ ਸ਼ਬਦ। ਮਹਾਰਾਜ ਕਹਿੰਦੇ ਤੂੰ ਸੁਲਤਾਨ, ਜਿਵੇਂ ਕੋਈ ਬਾਦਸ਼ਾਹ ਹੋਏ ਤੇ ਮੁਝ ਅਦਨੇ ਵਰਗਾ ਮਨੁੱਖ ਜਿਹੜਾ ਆ ਉਹ ਕਹੇ ਕਹਾਂ ਹੋ ਮੀਆਂ। ਇਸਲਾਮਿਕ ਕਲਚਰ 'ਚ ਲੋਕਾਂ ਨੂੰ ਆਸਾਨੀ ਨਾਲ ਸਮਝ ਆਉਂਦੀ ਹੈ ਮੀਆਂ ਕੌਣ ਹੁੰਦਾ, ਸੁਲਤਾਨ ਕੌਣ ਹੁੰਦਾ। ਮੀਆਂ ਇੱਕ ਆਮ ਆਰਡੀਨਰੀ ਬੰਦੇ ਨੂੰ ਕਿਹਾ ਜਾਂਦਾ, ਉਹ ਭਾਈ, ਉਹ ਵੀਰ, ਜਿਵੇਂ ਅਸੀਂ ਆਵਾਜ਼ ਮਾਰ ਕੇ ਕਹਿੰਦੇ ਆ, ਉਹ ਕਹਿੰਦੇ ਮੀਆਂ ਮੀਆਂ ਜੀ।
ਮਤਲਬ ਕਿਸੇ ਨੂੰ ਵੀ ਬੁਲਾਉਣਾ ਹੀ ਹੈ ਨਾ, ਬੁਲਾਉਣ ਵਾਸਤੇ ਜਿਵੇਂ ਸਾਡੇ ਖਾਸ ਕਰਕੇ यूपी या इस बेल्ट ਦੇ भैया ਉਹ भैया बात सुनना आपने सुनिया होगा इस तरीके ਨਾਲ, ਉਹ ਭਾਈ ਸਾਡੇ ਪੰਜਾਬ ਦੀ ਫਿਜ਼ਾ ਵਿੱਚ ਇਸ ਕਿਸਮ ਦੇ ਨਾਲ ਗੱਲ ਕੀਤੀ, ਵੀਰ ਜੀ ਇਸ ਤਰੀਕੇ ਦੇ ਨਾਲ ਇਸ ਰੂਪ ਦੇ ਵਿੱਚ ਬਾਤ ਕੀਤੀ ਗਈ। ਇੱਕ ਸੁਲਤਾਨ ਬਾਦਸ਼ਾਹ ਤੇ ਬਾਦਸ਼ਾਹਾਂ ਦੇ ਲੋਕੀ ਲਕਬ ਰੱਖਦੇ ਹੁੰਦੇ ਸੀ, ਇਹ ਜਿਹੜਾ ਹੈਗਾ ਇਹ मतलब सुल्तान हिंद जिले लाही तो पता नहीं किने लम्मे लम्मे चौड़ी नाल एडजैक्टिव ला के लाने इस रूप दे विच। एक पासे तो इतनी उस्तत कि उन्होंने असीं बयान भी नहीं कर सकते, तो दूजे पासे मैं कहना कि नहीं 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 बाकी लकब सारे छड़ दिओ, आ जिहड़ा लकब मैं दे रहा ना एडजैक्टिव दैट इज़ द परफेक्ट, इहदे च रब पूरा हुंदा है। बाबा नानक जी कहंदे की पागलपन है, तू सुल्तान कहाँ हो मियाँ तेरी कवन वडाई। भाई गुरदास जी कहते समझत है उस्तत करत है निंदा मूड, ऐसे ही आराध बेते मौन सुखदाई है। समझदा मैं उस्तुति कर रहा उल्टी निंदा कर रहा ਉਹਦੀ, जिवें पंजाब की फिजा विच लंबा समय कहावत की तरह चीज़ चली, एक ईडियम की तरह कि कोई डीसी नूं पटवारी बनाने ते उतरिया होया। पिंडां दे लोकां नूं की पता डीसी कौन हुंदा है, डिस्ट्रिक्ट कलैक्टर हुंदा सी एक्चुअल लैवल ते, जिस बाद डिस्ट्रिक्ट कमिश्नर तो फिर डिप्टी कमिश्नर तो फिर कई लैवल बदले, अजे भी कई कुछ इलाके जिन्होंने कलैक्टर कहा जाता है क्योंकि वह काम जो रेवन्यू कलैक्शन होंदा सी वो होंदा सीगा। तो उहदा उस रेवन्यू डिपार्टमेंट दे विच माल महकमे दे अंदर जिहड़ा खास करके सीधे तौर पर जिन्हों कह लो कि जिहड़ा खास रूप दे विच जमीनी तरीके दे नाल रेवन्यू जनरेट करन दे उस इंपलॉयमेंट विच हिस्सेदार हुंदा सीगा, वो हुंदा सी पटवारी। सब तो छोटे रुतबे च लोकां दी जिहड़ी सारी वाकफीयत ते रोज़मर्रा दी लोड़ पटवारी तक हुंदी सी, उन्होंने लगदा सी कमाल है तो बड़ा वड्डा आ। तो किते डीसी भी मिलता तो उन्होंने डीसी नूं कहंदे हाँ ये ना ये पटवारी होना है, या उन्होंने कई बार किसी ने असीस देनी भी रब तेनों पटवारी बना दे छेती, मतलब डीसी नूं पटवारी बनाया जा रहा। एक्चुअल लैवल ते गल हो रही है बंदे नूं खुद नूं नहीं पता उस करतारी हस्ती दी उस्तत की है, वैल्यू की है उहदी। इत्थे साहब ने बयान किया तू सुल्तान कहाँ हो मियाँ तेरी कबन वडाई, जो तू दे सो कहाँ स्वामी मैं मूर्ख कहन ना जाई। जो तू दे सो कहाँ स्वामी मैनू इन्ना क समर्थ बना, मैं अपनी कोझी मत नूं जिन्होंने कहा तू समर्थ वड्डा मेरी मत थोड़ी राम। मालक मैं कित्थे मत दा मालक हाँ, मैं ते मत वहीणा आ, मैनू आप ही सोझी दे, मैं तेनू तेरे बाबत की कवां मेरी अपनी कोई पाया ना होए। इस बाबत गुरु ग्रंथ साहब च बहुत कुछ लिखिया, बड़े कमाल दे महाराज ने शब्द उचरित किए ने, जिन्हां दे उत्ते आउंदे समय च बात पावांगे क्योंकि अज समय ने अपना पंध मुका दिता आ। मैं इत्थे समाप्ति कर रहा वां। आप संगत दा शुक्रिया सरवण करन वास्ते, नाल ही किसानी संघर्ष नाल जूझ रहे माई भाई की सफलता की अरदास करदियां होया असी फतेह की सांझ पाउने आ। कह देना जी वाहिगुरू जी का खालसा वाहिगुरू जी की फतेह।